ਹੈਲੋ ਦੋਸਤੋ, ਅੱਜ ਆਪਾਂ ਸਿਕਿਉਰਿਟੀ ਦੀ ਜਿਹੜੀ ਨਵੀਂ ਬੁੱਕ ਹੈ ਉਹਦੀ 10ਵੀਂ ਕਲਾਸ ਦੇ ਉਹਦੇ ਅੱਜ ਆਪਾਂ ਟੌਪਿਕ ਕਰਾਂਗੇ 10th ਕਲਾਸ ਸਿਕਿਉਰਿਟੀ ਗਾਈਡ ਦੇ ਵਿੱਚੋਂ ਜਿਹੜੇ ਕੁਐਸਚਨ ਹੈ ਜਿਹੜੇ ਲਏ ਗਏ ਹੈ ਉਹਦੇ ਵਿੱਚ ਆਪਾਂ ਕਰਾਂਗੇ। ਅਤੇ ਸਭ ਤੋਂ ਪਹਿਲਾਂ ਜੀ ਯੂਨਿਟ ਨੰਬਰ 1 ਸੈਸ਼ਨ ਨੰਬਰ 1 ਕੰਮ ਵਾਲੀ ਥਾਂ 'ਤੇ ਨਿੱਜੀ ਸੁਰੱਖਿਆ ਦੇ ਬਾਰੇ ਜਾਣਕਾਰੀ। ਵਿਸ਼ਾ ਨੰਬਰ 1 ਨਿੱਜੀ ਸੁਰੱਖਿਆ। ਕੰਮ ਵਾਲੀ ਥਾਂ 'ਤੇ ਸਾਰੇ ਸਟਾਫ ਨੂੰ ਨਿੱਜੀ ਸੁਰੱਖਿਆ ਲਈ ਖਾਲੀ ਥਾਂ ਪ੍ਰਦਾਨ ਕਰਨੀ ਚਾਹੀਦੀ ਹੈ। ਸਿਖਲਾਈ ਵੀ ਤੁਸੀਂ ਅਗਰ ਕਿਸੇ ਸੰਸਥਾ ਦੇ ਵਿੱਚ ਕੰਮ ਕਰ ਰਹੇ ਹੋ, ਤੁਹਾਨੂੰ ਜਿਹੜੀ ਸਿਖਲਾਈ ਹੈ ਉਹ ਨਿੱਜੀ ਸੁਰੱਖਿਆ ਲਈ ਸਿਖਲਾਈ ਹੈ ਜਿਹੜੀ ਉਹ ਜ਼ਰੂਰੀ ਹੋਣੀ ਚਾਹੀਦੀ ਹੈ। ਕੰਮ ਵਾਲੀ ਜਗ੍ਹਾ ਜਿੰਨੀ ਵੀ ਸੰਭਵ ਹੋ ਸਕੇ ਖਾਲੀ ਥਾਂ ਖੇਤਰ ਦੇ ਨਜ਼ਦੀਕ ਹੋਵੇ, ਆਬਾਦੀ ਵਾਲੇ ਖੇਤਰ ਦੇ ਨਜ਼ਦੀਕ ਹੋਵੇ। ਕਾਰੋਬਾਰੀ ਮਾਲਕ ਹੋਣ ਦੇ ਨਾਤੇ ਤੁਸੀਂ ਖਾਲੀ ਥਾਂ ਜ਼ਿੰਮੇਵਾਰ ਹੋ ਕਿ ਤੁਹਾਡੀ ਕੰਮ ਵਾਲੀ ਥਾਂ ਤੁਹਾਡੇ ਕਰਮਚਾਰੀਆਂ ਲਈ ਸੁਰੱਖਿਅਤ ਹੈ। ਕਾਨੂੰਨੀ ਤੌਰ 'ਤੇ ਕਾਰੋਬਾਰੀ ਮਾਲਕ ਹੋਣ ਦੇ ਨਾਤੇ ਤੁਸੀਂ ਕਾਨੂੰਨੀ ਦੇ ਤੌਰ 'ਤੇ ਵੀ ਬਿਲਕੁਲ ਵੀ ਸੁਰੱਖਿਅਤ ਹੋ। ਜਾਬਰੀ ਦਾਖਲੇ ਦੀਆਂ ਕੋਸ਼ਿਸ਼ਾਂ ਅਤੇ ਸੰਕੇਤਾਂ ਸਮੇਂ ਜ਼ਰੂਰਤ ਪੈਣ 'ਤੇ ਖਾਲੀ ਥਾਂ ਨਾਲ ਸੰਪਰਕ ਕਰੋ ਪੁਲਿਸ ਨਾਲ। ਅਗਰ ਕੋਈ ਐਮਰਜੈਂਸੀ ਆ ਜਾਂਦੀ ਹੈ ਤਾਂ ਤੁਸੀਂ ਪੁਲਿਸ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ। ਛੋਟੇ ਉੱਤਰਾਂ ਵਾਲੇ ਕੁਐਸਚਨ। ਵਿਅਕਤੀਗਤ ਸੁਰੱਖਿਆ ਤੋਂ ਕੀ ਭਾਵ ਹੈ? ਇੱਕ ਸੁਰੱਖਿਆ ਅਧਿਕਾਰੀ ਦੀ ਕਾਨੂੰਨੀ ਤੌਰ 'ਤੇ ਜ਼ਿੰਮੇਵਾਰੀ ਹੈ ਕਿ ਤੁਹਾਡੀ ਸੰਸਥਾ ਅੰਦਰ ਕੰਮ ਕਰਨ ਵਾਲੇ ਸਾਰੇ ਕਰਮਚਾਰੀ ਸੁਰੱਖਿਅਤ ਹਨ। ਅਗਰ ਇੱਕ ਸੁਰੱਖਿਆ ਅਧਿਕਾਰੀ ਦੀ ਤੁਸੀਂ ਕਿਸੇ ਦੇ ਅੰਡਰ ਕੰਮ ਕਰ ਰਹੇ ਹੋ, ਉਸਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਉਹ ਕੀ ਤੁਸੀਂ ਬਿਲਕੁਲ ਸੁਰੱਖਿਅਤ ਹੋ, ਕੀ ਤੁਹਾਡੇ ਲਈ ਚੰਗਾ ਵਾਤਾਵਰਨ ਹੈ, ਸੁਰੱਖਿਅਤ ਮਾਹੌਲ ਹੈ ਜਿਹੜਾ ਪ੍ਰਦਾਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਹਰ ਕਰਮਚਾਰੀ ਬਿਨਾਂ ਕਿਸੇ ਡਰ ਜਾਂ ਘਬਰਾਹਟ ਤੋਂ ਕੰਮ ਕਰਕੇ ਦੇ ਸਕਦਾ ਹੈ ਅਤੇ ਆਪਣਾ ਕੰਮ ਦਾ ਸਹੀ ਨਤੀਜਾ ਜਿਹੜਾ ਪੇਸ਼ ਕਰ ਸਕਦਾ ਹੈ। ਕੰਮ ਵਾਲੀ ਥਾਂ 'ਤੇ ਕੀ ਸਹੂਲਤ ਹੋਣੀ ਚਾਹੀਦੀ ਹੈ? ਅਗਰ ਜਿਸ ਜਗ੍ਹਾ ਤੁਸੀਂ ਕੰਮ ਕਰ ਰਹੇ ਹੋ ਉਸ ਥਾਂ ਦਾ ਕੀ ਸਹੂਲਤ ਜਿਹੜੀ ਹੋਣੀ ਚਾਹੀਦੀ ਹੈ? ਸਟਾਫ ਦੀ ਨਿਗਰਾਨੀ ਲਈ ਕਰਮਚਾਰੀ ਨਾਲ ਚੰਗਾ ਸੰਪਰਕ ਸਥਾਪਿਤ ਕਰਨਾ। ਅਗਰ ਤੁਸੀਂ ਸਟਾਫ ਦੀ ਨਿਗਰਾਨੀ ਲਈ ਕਰਮਚਾਰੀ ਨਾਲ ਚੰਗਾ ਸੰਪਰਕ ਸਥਾਪਿਤ ਕਰਨਾ, ਤੁਸੀਂ ਸਟਾਫ ਦੇ ਵਿੱਚ ਰਹਿੰਦੇ ਹੋ, ਠੀਕ ਹੈ, ਅਤੇ ਆਪਸ ਦੇ ਵਿੱਚ ਜਿਹੜਾ ਸੰਪਰਕ ਆ ਉਹ ਬਹੁਤ ਜ਼ਰੂਰੀ ਹੈ। ਸੰਸਥਾ ਅੰਦਰ ਸੁਰੱਖਿਅਤ ਮਾਹੌਲ ਮੁਹੱਈਆ ਕਰਾਉਣਾ। ਸੰਸਥਾ ਅੰਦਰ ਜਿਹੜਾ ਸੁਰੱਖਿਅਤ ਮਾਹੌਲ ਆ ਉਹ ਹੋਣਾ ਚਾਹੀਦਾ ਹੈ। ਸੰਸਥਾ ਵਿੱਚ ਕੰਮ ਕਰਨ ਦੀ ਸਹੀ ਯੋਜਨਾ ਨੂੰ ਲਾਗੂ ਕਰਨਾ। ਸੰਸਥਾ ਵਿੱਚ ਸਹੀ ਢੰਗ ਨਾਲ ਜਿਹੜਾ ਕੰਮ ਹੋਣਾ ਚਾਹੀਦਾ ਜੀ। ਸੰਚਾਰ ਪ੍ਰਣਾਲੀ ਦੀਆਂ ਸੇਵਾਵਾਂ ਜ਼ਰੂਰਤ ਅਨੁਸਾਰ ਫੋਨ ਅਤੇ ਈਮੇਲ ਮੁਹੱਈਆ ਕਰਾਉਣਾ। ਸੰਚਾਰ ਪ੍ਰਣਾਲੀ ਕੀ ਕਰ ਸਕਦੀ ਹੈ? ਉਹ ਤੁਹਾਡੀ ਜ਼ਰੂਰਤ ਅਨੁਸਾਰ ਫੋਨ ਅਤੇ ਈਮੇਲ ਹੈ ਜਿਹੜੀ ਮੁਹੱਈਆ ਕਰਵਾਏਗੀ। ਸਟਾਫ ਨੂੰ ਕੰਮ ਤੱਕ ਪਹੁੰਚਾਉਣ ਲਈ ਯੋਗ ਰਸਤੇ ਅਤੇ ਆਉਣ ਜਾਣ ਦੀ ਸਹੂਲਤ ਮੁਹੱਈਆ ਕਰਾਉਣਾ, ਠੀਕ ਹੈ ਜੀ। ਕੋਈ ਜਿਵੇਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਜਾਂ ਕੋਈ ਕੰਸਟਰਕਸ਼ਨ 'ਤੇ ਕੰਮ ਕਰਦੇ ਨੇ, ਉਹ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਣ ਲਈ ਇੱਕ ਵੈਨ ਦਾ ਪ੍ਰਬੰਧ ਕਰ ਦਿੰਦੇ ਨੇ ਜਾਂ ਕੋਈ ਬੱਸ ਦਾ ਪ੍ਰਬੰਧ ਕਰ ਦਿੰਦੇ ਨੇ, ਜਿਹਦੇ ਨਾਲ ਆਉਣ ਜਾਣ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੱਕ ਯਾਨੀ ਕਿ ਸਹੀ ਟਾਈਮ 'ਤੇ ਜਦੋਂ ਪਹੁੰਚ ਜਾਣਾ ਤਾਂ ਇੱਕ ਸਹੂਲਤ ਹੋਊਗੀ ਜਿਹੜੀ ਉਸਨੂੰ ਮੁਹੱਈਆ ਕਰਵਾਈ ਜਾਂਦੀ ਹੈ। ਕਰਮਚਾਰੀ ਲਈ ਸੰਭਾਵਿਤ ਜੋਖਮਾਂ ਤੋਂ ਬਚਣ ਲਈ ਸੁਰੱਖਿਆ ਪ੍ਰਬੰਧ, ਠੀਕ ਹੈ ਜੀ। ਸੰਭਾਵਿਤ ਜੋਖਮਾਂ ਤੋਂ ਬਚਣ ਲਈ ਕੀ ਕਰਨਾ ਚਾਹੀਦਾ? ਸੁਰੱਖਿਆ ਪ੍ਰਬੰਧ। ਕਰਮਚਾਰੀ ਲਈ ਡਿਊਟੀ ਕਰਦੇ ਸਮੇਂ ਸਿਹਤ ਅਤੇ ਮੈਡੀਕਲ ਜਿਹੜੀ ਸਹੂਲਤ ਦਾ ਪ੍ਰਬੰਧ ਕਰਨਾ। ਕਰਮਚਾਰੀ ਜਦੋਂ ਆਪਣਾ ਡਿਊਟੀ ਕਰ ਰਿਹਾ ਤਾਂ ਉਸਦੀ ਅਚਾਨਕ ਕੁਛ ਹੋ ਜਾਂਦਾ ਹੈ ਤਾਂ ਉਸ ਲਈ ਮੈਡੀਕਲ ਸਹੂਲਤ ਹੈ ਜਿਹੜੀ ਦਾ ਪ੍ਰਬੰਧ ਹੈ ਜਿਹੜਾ ਹੋਣਾ ਚਾਹੀਦਾ ਜੀ। ਕੰਮ ਵਾਲੀ ਥਾਂ 'ਤੇ ਪਰੇਸ਼ਾਨੀ ਨਾ ਹੋਵੇ ਇਸ ਲਈ ਕੀ ਕਰਨਾ ਚਾਹੀਦਾ ਹੈ? ਅਗਰ ਕੰਮ ਕਰਨ ਵਾਲੀ ਥਾਂ 'ਤੇ ਪਰੇਸ਼ਾਨੀ ਨਾ ਹੋਵੇ ਇਸ ਲਈ ਕੀ ਕਰਨਾ ਚਾਹੀਦਾ ਜੀ? ਨਵੇਂ ਆਏ ਜਾਂ ਵਾਪਸ ਜਾਣ ਵਾਲੇ ਕਰਮਚਾਰੀਆਂ ਜਾਂ ਸਟਾਫ ਉੱਪਰ ਨਿਗਰਾਨੀ ਰੱਖਣੀ ਚਾਹੀਦੀ ਹੈ। ਅਗਰ ਕੋਈ ਨਵਾਂ ਕਰਮਚਾਰੀ ਹੈ ਜਾਂ ਕੰਮ ਤੋਂ ਵਾਪਸ ਜਾ ਰਿਹਾ ਹੈ ਤਾਂ ਉਸ ਦੀ ਪੂਰੀ ਨਿਗਰਾਨੀ ਰੱਖਣੀ ਚਾਹੀਦੀ ਹੈ। ਕਰਮਚਾਰੀ ਸਟਾਫ ਨੂੰ ਬਗੈਰ ਵਿਤਕਰੇ ਤੋਂ ਕੰਮ ਕਰਨ ਦੀ ਸਿਖਲਾਈ ਦੇਣੀ ਚਾਹੀਦੀ ਹੈ ਵੀ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਸਟਾਫ ਦੇ ਵਿੱਚ ਆਪਸੀ ਮੇਲ ਮਿਲਾਪ ਅਤੇ ਚੰਗੇ ਸੰਪਰਕ ਬਣਾ ਕੇ ਰੱਖਣਾ ਚਾਹੀਦੇ ਹਨ ਵੀ ਆਪਸੀ ਸੰਪਰਕ ਅਤੇ ਮੇਲ ਮਿਲਾਪ ਹੈ ਜਿਹੜਾ ਬਹੁਤ ਜ਼ਰੂਰੀ ਹੈ ਜੀ ਸਟਾਫ ਦੇ ਵਿੱਚ। ਸੰਸਥਾ ਅੰਦਰ ਚੰਗੇ ਆਚਰਣ ਚਾਲ ਚੱਲਣ ਨਾਲ ਜ਼ਰੂਰੀ ਗਤੀਵਿਧੀਆਂ ਨੂੰ ਕਰਨਾ ਚਾਹੀਦਾ ਹੈ। ਸੰਸਥਾ ਅੰਦਰ ਚੰਗੇ ਆਚਰਣ, ਇੱਕ ਤਾਂ ਚੰਗਾ ਆਚਰਣ ਬਹੁਤ ਜ਼ਰੂਰੀ ਹੈ ਜੀ, ਚਾਲ ਚੱਲਣ ਹੈ ਜੀ ਵਧੀਆ ਹੋਣਾ ਚਾਹੀਦਾ ਜਿਸ ਨਾਲ ਅਸੀਂ ਗਤੀਵਿਧੀਆਂ ਜਿਹੜੀਆਂ ਯਾਨੀ ਕਿ ਇੱਕ ਪਰੇਸ਼ਾਨੀ ਨਾ ਹੋਵੇ ਕਿਸੇ ਤਰ੍ਹਾਂ ਦੀ, ਵੀ ਤੁਹਾਡਾ ਆਚਰਣ ਹੈ ਜਿਹੜਾ ਵਧੀਆ ਹੋਣਾ ਚਾਹੀਦਾ ਹੈ। ਅਗਲਾ ਟੌਪਿਕ ਹੈ ਜੀ
ਇਕੱਲੇ ਕੰਮ ਕਰਨ ਨਾਲ ਜੁੜੇ ਕਰਮਚਾਰੀਆਂ ਲਈ ਕੀ ਜੋਖਿਮ ਹੈ? ਜੇ ਤੁਸੀਂ ਇਕੱਲੇ ਕੰਮ ਕਰ ਰਹੇ ਹੋ, ਤੁਹਾਡੇ ਨਾਲ ਜਿਹੜੇ ਕਰਮਚਾਰੀ ਆ ਉਹਨਾਂ ਲਈ ਕੀ ਜੋਖਿਮ ਹੈ? ਖਾਲੀ ਥਾਵਾਂ ਕਰਾਂਗੇ ਜੀ। ਤੁਹਾਨੂੰ ਕਿਸੇ ਵੀ ਸਥਿਤੀ ਵਿੱਚ ਖਾਲੀ ਥਾਂ ਨੂੰ ਲਈ ਸਮਝਣ ਦੀ ਜ਼ਰੂਰਤ ਹੈ ਜੋ ਇਕੱਲੇ ਕੰਮ ਕਰਨ ਵਾਲੇ ਖਾਲੀ ਥਾਂ ਦੇ ਸਾਹਮਣੇ ਆਉਂਦੀਆਂ ਹਨ। ਤੁਹਾਨੂੰ ਕਿਸੇ ਵੀ ਸਥਿਤੀ ਵਿੱਚ ਚੁਣੌਤੀਆਂ ਜੀਵਨ ਦੇ ਵਿੱਚ ਆਉਂਦੀਆਂ ਹੁਣ ਉਸ ਨੂੰ ਸਮਝਣ ਦੀ ਜ਼ਰੂਰਤ ਹੈ ਜੋ ਇਕੱਲੇ ਕੰਮ ਕਰਨ ਵਾਲੇ ਕਰਮਚਾਰੀ ਦੇ ਸਾਹਮਣੇ ਆਉਂਦੀਆਂ ਹਨ। ਤਾਂ ਚੁਣੌਤੀਆਂ ਅਤੇ ਕਰਮਚਾਰੀ ਇਸ ਜਿਹੜੀ ਖਾਲੀ ਥਾਂ ਦੇ ਵਿੱਚ ਆਊਗਾ। ਕਰਮਚਾਰੀ ਦਾ ਡਿਊਟੀ ਸਮੇਂ ਇਕੱਲੇ ਕੰਮ ਕਰਨਾ ਨੌਕਰੀ ਦੇ ਖਾਲੀ ਥਾਂ ਵਧਾਉਂਦਾ ਹੈ, ਜੋਖਿਮਾਂ ਨੂੰ ਵਧਾਉਂਦਾ ਹੈ। ਮਾਲਕਾਂ ਨੂੰ ਆਪਣੇ ਕਰਮਚਾਰੀ ਲਈ ਸੁਰੱਖਿਅਤ ਕੰਮ ਕਰਨ ਵਾਲਾ ਖਾਲੀ ਥਾਂ ਪ੍ਰਦਾਨ ਕਰਨਾ ਚਾਹੀਦਾ ਹੈ। ਵਾਤਾਵਰਨ, ਮਾਲਕਾਂ ਨੂੰ ਹਮੇਸ਼ਾ ਆਪਣੇ ਜਿਹੜੇ ਕਰਮਚਾਰੀ ਹੈ ਉਹਨਾਂ ਲਈ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨਾ ਚਾਹੀਦਾ ਹੈ। ਜੀ ਸੁਰੱਖਿਅਤ ਸਹੂਲਤ ਹੈ ਉਹ ਹੋਣੀ ਚਾਹੀਦੀ ਹੈ। ਛੋਟੇ ਉੱਤਰਾਂ ਵਾਲੇ ਕੁਐਸਚਨ ਨੇ ਜੀ। ਇਕੱਲੇ ਕੰਮ ਕਰਨ ਵਾਲੇ ਸਥਾਨ 'ਤੇ ਕਿਹੜੇ ਜੋਖਿਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਇਕੱਲੇ ਕੰਮ ਕਰਨ ਵਾਲੇ ਸਥਾਨ 'ਤੇ ਕਰਮਚਾਰੀ ਨੂੰ ਸੱਪ ਨੇ ਕੱਟ ਜਾਣਾ। ਅਚਾਨਕ ਕੰਮ ਤੁਸੀਂ ਕੰਸਟਰਕਸ਼ਨਸ 'ਤੇ ਲਾਓ, ਉੱਥੇ ਤੁਸੀਂ ਇੱਟਾਂ ਚੱਕਦੇ ਹੋ ਜਾਂ ਲੇਬਰ ਦਾ ਕੰਮ ਕਰਦੇ ਹੋ ਕੰਸਟਰਕਸ਼ਨ ਦੇ ਵਿੱਚ ਜਦੋਂ ਲੇਬਰ ਦਾ ਕੰਮ ਕਰਦੇ ਹੋ ਤਾਂ ਅਚਾਨਕ ਜਿਵੇਂ ਸੱਪ ਨਿਕਲ ਆਉਂਦਾ ਇੱਟਾਂ ਦੇ ਥੱਲੋਂ, ਤਾਂ ਉਹ ਸੱਪ ਡੰਗ ਮਾਰ ਜੇ, ਠੀਕ ਹੈ। ਇਕੱਲੇ ਕੰਮ ਕਰਦੇ ਸਮੇਂ ਕਰਮਚਾਰੀ ਉੱਚੀ ਜਗ੍ਹਾ 'ਤੇ ਕੰਮ ਕਰਦਿਆਂ ਉੱਚੀ ਥਾਂ ਤੋਂ ਹੇਠਾਂ ਡਿੱਗ ਜਾਣਾ, ਠੀਕ ਹੈ ਜੀ। ਕਰਮਚਾਰੀ ਜਦੋਂ ਇਕੱਲਾ ਕੰਮ ਕਰਦਾ ਅਚਾਨਕ ਥੱਲੇ ਡਿੱਗ ਜਾਣਾ, ਬਿਜਲੀ ਦਾ ਕਰੰਟ ਲੱਗ ਜਾਣਾ, ਠੀਕ ਹੈ ਜੀ। ਕੰਮ ਕਰਦਿਆਂ ਕਿਸੇ ਮਸ਼ੀਨ ਦੇ ਹਾਦਸਾਗ੍ਰਸਤ ਹੋ ਜਾਣਾ, ਅਚਾਨਕ ਸਿਹਤ ਦਾ ਵਿਗੜ ਜਾਣਾ, ਇਹ ਸਾਰੇ ਇਕੱਲੇ ਕੰਮ ਕਰਨ ਵਾਲੇ ਥਾਂ 'ਤੇ ਜਿਹੜੇ ਜੋਖਿਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ। ਇਕੱਲੇ ਕੰਮ ਕਰਨ ਵਾਲੇ ਸਥਾਨਾਂ 'ਤੇ ਪਰੇਸ਼ਾਨੀਆਂ ਦੀ ਪਹਿਚਾਣ ਕਿਵੇਂ ਕਰਾਂਗੇ? ਆਪਾਂ ਇਕੱਲੇ ਕੰਮ ਕਰ ਰਹੇ ਹਾਂ ਤਾਂ ਪਰੇਸ਼ਾਨੀ ਦੀ ਪਹਿਚਾਣ ਕਿਵੇਂ ਕਰਾਂਗੇ ਜੀ? ਇਕੱਲੇ ਕੰਮ ਕਰਦੇ ਸਮੇਂ ਕਿਸੇ ਵੀ ਕਰਮਚਾਰੀ ਨੂੰ ਸੱਟ ਲੱਗ ਜਾਣਾ, ਅਚਾਨਕ ਸੱਟ ਲੱਗ ਗਈ, ਸੱਪ ਨੇ ਡੰਗ ਮਾਰਤਾ ਜਾਂ ਕੋਈ ਵੀ ਹਾਦਸਾ ਹੋ ਸਕਦਾ ਹੈ ਜਿਸ ਦੇ ਗੰਭੀਰ ਨਤੀਜੇ ਭੁਗਤਣ ਦੀ ਸੰਭਾਵਨਾ ਹੋ ਸਕਦੀ ਹੈ। ਜੇ ਕਰਮਚਾਰੀ ਇਕੱਲਾ ਕੰਮ ਕਰਦੇ ਹਨ ਤਾਂ ਉਸਨੂੰ ਸੰਸਥਾ ਨੂੰ ਸੁਰੱਖਿਅਤ ਕਰਨ ਵਾਲਾ ਵਾਤਾਵਰਨ ਹੋਣਾ ਚਾਹੀਦਾ ਵੀ ਜੇ ਅਗਰ ਤੁਸੀਂ ਕਰਮਚਾਰੀ ਇਕੱਲੇ ਕੰਮ ਕਰਦਾ ਹੈ ਤਾਂ ਉਹ ਇਕੱਲੇ ਕੰਮ ਕਰ ਰਿਹਾ ਤਾਂ ਉਹ ਸੁਰੱਖਿਅਤ ਜਗ੍ਹਾ ਕੰਮ ਕਰ ਰਿਹਾ, ਇਸ ਤਰ੍ਹਾਂ ਦਾ ਵਾਤਾਵਰਨ ਹੋਣਾ ਚਾਹੀਦਾ ਹੈ। ਇਸ ਲਈ ਖਤਰੇ ਅਤੇ ਜੋਖਿਮਾਂ ਦੀ ਪਹਿਚਾਣ ਕਰਨਾ ਜਾਂ ਜਾਇਜ਼ੇ ਲੈਣਾ ਅਤੇ ਕਰਮਚਾਰੀ ਨੂੰ ਹਮੇਸ਼ਾ ਚੁਕੰਨੇ ਰਹਿਣਾ ਚਾਹੀਦਾ ਵੀ ਕਰਮਚਾਰੀ ਨੂੰ ਹਮੇਸ਼ਾ ਜੋਖਿਮਾਂ ਦਾ ਜਾਇਜ਼ਾ ਲੈਣਾ ਚਾਹੀਦਾ ਹੈ, ਠੀਕ ਹੈ ਜੀ। ਉਸ ਥਾਂ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਵੀ ਉਹ ਥਾਂ ਕਿਸ ਤਰ੍ਹਾਂ ਦੀ ਹੈ, ਤਾਂ ਉਸ ਲਈ ਕੀ ਜਿਹੜੀ ਹੈ ਯੋਜਨਾਵਾਂ ਹੋ ਸਕਦੀਆਂ ਜਾਂ ਉਸ ਲਈ ਕੀ ਹਥਿਆਰ ਆ ਜਿਹੜੇ ਹੋ ਸਕਦੇ ਹੈ, ਉਹ ਸਾਰੇ ਕੀ ਨੇ, ਉਹ ਥਾਂ ਦਾ ਜਿਹੜਾ ਜਾਇਜ਼ਾ ਲੈਣਾ ਚਾਹੀਦਾ ਹੈ। ਹਮੇਸ਼ਾ ਚੁਕੰਨੇ ਰਹਿਣਾ ਚਾਹੀਦਾ ਹੈ ਜਿਸ ਨਾਲ ਕਿ ਜੋਖਿਮਾਂ ਅਤੇ ਖਤਰਿਆਂ ਤੋਂ ਬਚਿਆ ਜਾ ਸਕੇ, ਠੀਕ ਹੈ ਜੀ। ਅਤੇ ਨੁਕਸਾਨ ਨੂੰ ਕੰਟਰੋਲ ਕੀਤਾ ਜਾ ਸਕੇ ਜਾਂ ਖਤਮ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਕਿਸ ਜਗ੍ਹਾ 'ਤੇ ਲੋਕਾਂ ਨੂੰ ਇਕੱਲੇ ਕੰਮ ਕਰਨਾ ਪੈਂਦਾ ਹੈ? ਕਿਸ ਜਗ੍ਹਾ 'ਤੇ ਲੋਕਾਂ ਨੂੰ ਇਕੱਲੇ ਕੰਮ ਕਰਨਾ ਪੈਂਦਾ ਹੈ? ਕਿੱਤੇ ਅਤੇ ਉਦਯੋਗ ਜਿੱਥੇ ਬਹੁਤ ਸਾਰੇ ਸਟਾਫ ਹੁੰਦੇ ਹਨ ਜੋ ਇਕੱਲੇ ਕੰਮ ਕਰਦੇ ਹਨ। ਕੁਛ ਜਿਵੇਂ ਬਹੁਤ ਸਾਰੇ ਜਿਵੇਂ ਕੰਸਟਰਕਸ਼ਨਸ ਲਗਾ ਲਓ ਜਾਂ ਕੋਈ ਕੰਪਨੀਆਂ ਲਗਾ ਲਓ ਜਾਂ ਕੋਈ ਹੋਰ ਲਗਾ ਲਓ, ਫੈਕਟਰੀਆਂ ਦੇ ਵਿੱਚ ਜਦੋਂ ਬੰਦਾ ਕੰਮ ਕਰਦਾ ਹੈ, ਕਿੱਤੇ ਉਦਯੋਗਾਂ ਵਿੱਚ ਇਕੱਲੇ ਬੰਦੇ ਨੂੰ ਵੀ ਕੰਮ ਕਰਨਾ ਪੈ ਜਾਂਦਾ ਜਿਵੇਂ ਇੱਕ ਮਸ਼ੀਨ 'ਤੇ ਬੰਦਾ ਕੰਮ ਕਰਦਾ ਹੈ, ਠੀਕ ਹੈ ਜੀ। ਨੰਬਰ 1, ਸੁਰੱਖਿਅਤ ਕਰਮਚਾਰੀ ਨੂੰ ਰਿਹਾਇਸ਼ੀ ਕਲੋਨੀਆਂ ਵਿੱਚ ਡਿਊਟੀ ਕਰਨਾ, ਠੀਕ ਹੈ ਜੀ। ਜਿਵੇਂ ਇੱਕ ਸਿਕਿਉਰਿਟੀ ਗਾਰਡ ਕਰਮਚਾਰੀ ਜਿਹੜੇ ਰਿਹਾਇਸ਼ੀ ਕਲੋਨੀਆਂ ਵਿੱਚ ਕੀ ਕਰਦੇ ਨੇ, ਉਹ ਡਿਊਟੀ ਕਰਦੇ ਨੇ ਜੀ, ਜਿੱਥੇ ਇਕੱਲੇ ਕੰਮ ਕਰਨਾ ਪੈਂਦਾ ਹੈ। ਸਟੋਰਾਂ ਅਤੇ ਮਾਲਾਂ ਦੀਆਂ ਸੁਰੱਖਿਆ ਡਿਊਟੀਆਂ ਦੌਰਾਨ ਖਾਸ ਕਰ ਨਾਈਟ ਸ਼ਿਫਟ ਕਰਮਚਾਰੀ ਜਿਹੜੇ ਕੀ ਹੁੰਦੇ ਨੇ ਜੀ, ਜਿਹੜੇ ਸੁਰੱਖਿਅਤ ਕਰਮਚਾਰੀ ਹੁੰਦੇ ਨੇ ਯਾਨੀ ਕਿ ਸਿਕਿਉਰਿਟੀ ਗਾਰਡ ਹੁੰਦੇ ਨੇ, ਉਹ ਕੀ ਕਰਦੇ ਨੇ ਸਟੋਰਾਂ ਦੇ ਜਿਹੜੇ ਮਾਲ ਹੁੰਦੇ ਨੇ ਉਹਨਾਂ ਦੀ ਕੀ ਕਰਦੇ ਨੇ, ਰਾਤ ਨੂੰ ਖਾਸ ਕਰ ਰਾਤ ਨੂੰ ਕੀ ਕਰਦੇ ਨੇ, ਸੇਫਟੀ ਕਰਦੇ ਨੇ, ਸੁਰੱਖਿਆ ਕਰਦੇ ਨੇ, ਤਾਂ ਉਹ ਇਕੱਲੇ ਕਰਦੇ ਨੇ ਜੀ। ਟਰਾਂਸਪੋਰਟ ਜਾਂ ਡਰਾਈਵਰ ਜਾਂ ਜਨਤਕ ਥਾਵਾਂ ਵਿੱਚ ਡਿਊਟੀਆਂ ਕਰਨ ਵਾਲੇ ਸੁਰੱਖਿਅਤ ਕਰਮਚਾਰੀ, ਡਾਕਟਰ, ਸਿਹਤ ਵਿਭਾਗ ਵਿੱਚ ਕਮਿਊਨਿਟੀ ਵਰਕਰ, ਠੀਕ ਹੈ ਜੀ। ਡਾਕਟਰ ਚਲੇ ਜਾਂਦੇ ਨੇ ਅਤੇ ਕਮਿਊਨਿਟੀ ਵਰਕਰ ਹੈ ਜਿਹੜੇ ਰਾਤ ਨੂੰ ਪੇਸ਼ੈਂਟਾਂ ਨੂੰ ਸੰਭਾਲਦੇ ਨੇ ਜੀ। ਪੇਂਡੂ ਖੇਤਰ ਵਿੱਚ ਕੰਮ ਕਰਦੇ ਕਰਮਚਾਰੀ ਅਤੇ ਖੇਤੀਬਾੜੀ ਕੰਮ ਰਾਤ ਨੂੰ ਜਿਵੇਂ ਖੇਤੀਬਾੜੀ ਜਿਵੇਂ ਆਪਾਂ ਕਹਿੰਦੇ ਹਾਂ ਵੀ ਜਿਵੇਂ ਰਾਤ ਨੂੰ ਮੋਟਰ ਦਾ ਟਾਈਮ ਹੁੰਦਾ ਹੈ, ਪਾਣੀ ਦਾ ਟਾਈਮ ਹੁੰਦਾ, ਕੀ ਕਰਦਾ ਅਤੇ
ਕਰਮਚਾਰੀ ਯਾਨੀ ਕਿ ਜਿਹੜਾ ਕਿਸਾਨ ਹੁੰਦਾ ਉਹ ਖੁਦ ਜਾ ਕੇ ਖੇਤਾਂ ਨੂੰ ਫਸਲਾਂ ਨੂੰ ਜਿਹੜਾ ਪਾਣੀ ਲਾਉਂਦਾ ਹੈ। ਵਿਗਿਆਨੀ ਪਾਰਕ ਜਾਂ ਹੋਰ ਖੇਤਰੀ ਕੰਮ ਕਰਨ ਵਾਲੇ ਕਰਮਚਾਰੀ, ਠੀਕ ਹੈ ਜੀ। ਵਿਗਿਆਨਿਕ ਪਾਰਕ ਜਾਂ ਹੋਰ ਖੇਤਰੀ ਕੰਮ ਕਰਨ ਵਾਲੇ, ਜੇ ਤੁਸੀਂ ਪਾਰਕ ਦੇ ਵਿੱਚ ਕੰਮ ਕਰ ਰਹੇ ਹੋ, ਠੀਕ ਹੈ, ਜਿਵੇਂ ਕੋਈ ਮਾਲੀ ਦੀ ਡਿਊਟੀ ਹੁੰਦੀ ਹੈ, ਤੁਸੀਂ ਮਾਲੀ ਇਕੱਲਾ ਮਾਲੀ ਜਿਵੇਂ ਕਹਿ ਦਿੰਦਾ ਕੋਈ, ਜਿਵੇਂ ਅਫਸਰ ਵਗੈਰਾ ਕਹਿ ਦਿੰਦੇ ਆ ਵੀ ਤੁਸੀਂ ਜਾ ਕੇ ਇੱਕ ਪਾਰਕ ਦੇ ਵਿੱਚ ਤੁਸੀਂ ਕੰਮ ਕਰਨਾ, ਤਾਂ ਇੱਕ ਬੰਦੇ ਨੇ ਕੰਮ ਕਰਨਾ, ਤਾਂ ਉਹ ਮਾਲੀ ਉਸ ਜਿਹੜਾ ਪਾਰਕ ਦੇ ਵਿੱਚ ਕੰਮ ਕਰੇਗਾ। ਅਤੇ ਵਿਸ਼ਾ ਹੈ ਜਿਹੜਾ ਅਗਲਾ, ਦੂਜਿਆਂ ਦੀ ਰਖਾ ਅਤੇ ਕਰਮਚਾਰੀ ਦੀ ਸੁਰੱਖਿਆ। ਦੂਜਿਆਂ ਦੀ ਰਖਾ ਅਤੇ ਕਰਮਚਾਰੀਆਂ ਦੀ ਸੁਰੱਖਿਆ। ਅਤੇ ਖਾਲੀ ਥੰਮ੍ਹਾਂ ਪੜ੍ਹਦੇ ਹਾਂ ਜੀ। ਜਿੱਥੇ ਹਮਲਾਵਰ ਛੁਪ ਸਕਦੇ ਹਨ, ਉੱਥੇ ਵੱਧ ਤੋਂ ਵੱਧ ਰੌਸ਼ਨੀ ਲਈ ਖਾਲੀ ਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਫਲੱਡ ਲਾਈਟਾਂ ਦੀ ਜਿਹੜੀ ਵਰਤੋਂ ਕਰਨੀ ਚਾਹੀਦੀ ਹੈ ਜੀ, ਠੀਕ ਹੈ ਜੀ। ਜਿਹੜੀਆਂ ਵੱਧ ਤੋਂ ਵੱਧ ਜਿਹੜੀ ਲਾਈਟਿੰਗ ਜਿਹੜੀ ਹੋਣੀ ਚਾਹੀਦੀ ਹੈ। ਪ੍ਰਵੇਸ਼ ਦੁਆਰ ਅਤੇ ਹੋਰ ਖਤਰੇ ਵਾਲੇ ਸਥਾਨਾਂ 'ਤੇ ਨਿਗਰਾਨੀ ਲਈ ਖਾਲੀ ਥਾਂ ਲਗਾਓ। ਕੈਮਰੇ, CCTV ਕੈਮਰੇ ਜਿਹੜੇ ਪ੍ਰਵੇਸ਼ ਦੁਆਰਾਂ 'ਤੇ ਜਿਹੜੇ ਲਗਾਓ। ਧੱਕੇਸ਼ਾਹੀ ਜਾਂ ਪਰੇਸ਼ਾਨੀ ਅਤੇ ਤਣਾਅ ਪੈਦਾ ਕਰਦੀ ਹੈ, ਜੋ ਲੋਕਾਂ ਨੂੰ ਖਾਲੀ ਥਾਂ ਮਹਿਸੂਸ ਹੁੰਦੀ ਹੈ ਅਸੁਰੱਖਿਅਤ। ਜਿਹੜੀ ਧੱਕੇਸ਼ਾਹੀ ਹੈ ਉਹ ਪਰੇਸ਼ਾਨੀ ਦਿੰਦੀ ਹੈ, ਤਣਾਅ ਪੈਦਾ ਕਰਦੀ ਹੈ, ਜੋ ਲੋਕਾਂ ਨੂੰ ਖਾਲੀ ਥਾਂ ਕੀ ਕਰਦੀ ਹੈ, ਅਸੁਰੱਖਿਅਤ ਮਹਿਸੂਸ ਕਰਦੀ ਹੈ। ਗ੍ਰਾਹਕਾਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਮਹਿਸੂਸ ਕਰਾਉਣ ਲਈ ਖਾਲੀ ਥਾਂ ਸੁਰੱਖਿਆ ਵੀ ਮਹੱਤਵਪੂਰਨ ਹੈ। ਸਾਈਬਰ ਸੁਰੱਖਿਆ ਜਿਹੜੀ ਸਭ ਤੋਂ ਮਹੱਤਵਪੂਰਨ ਮੰਨੀ ਜਾਂਦੀ ਹੈ ਜੀ। ਅਤੇ ਛੋਟੇ ਉੱਤਰਾਂ ਵਾਲੇ ਕੁਐਸਚਨ ਨੇ ਜੀ। ਕੰਮ ਵਾਲੀ ਥਾਂ 'ਤੇ ਸੁਰੱਖਿਆ ਬਣਾਈ ਰੱਖਣਾ ਕਿਉਂ ਜ਼ਰੂਰੀ ਹੈ? ਕੰਮ ਵਾਲੀ ਥਾਂ 'ਤੇ ਸੁਰੱਖਿਆ ਬਣਾਈ ਰੱਖਣਾ ਕਿਉਂ ਜ਼ਰੂਰੀ ਹੈ ਜੀ? ਕੰਮ ਵਾਲੀ ਥਾਂ 'ਤੇ ਇੱਕ ਸੁਰੱਖਿਅਤ ਵਾਤਾਵਰਨ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ, ਤਾਂ ਕਿ ਕੋਈ ਬਗੈਰ ਕਾਨੂੰਨੀ ਦਖਲਅੰਦਾਜ਼ੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਕਰ ਸਕੇ, ਜੋ ਕਿ ਕਰਮਚਾਰੀ ਅਤੇ ਗ੍ਰਾਹਕਾਂ ਦੀ ਸੰਤੁਸ਼ਟੀ ਲਈ ਬਹੁਤ ਜ਼ਰੂਰੀ ਹੈ ਜੀ, ਠੀਕ ਹੈ ਜੀ। ਵੀ ਕੰਮ ਕਰਨ ਵਾਲੀ ਥਾਂ 'ਤੇ ਜਿਹੜਾ ਸੁਰੱਖਿਅਤ ਵਾਤਾਵਰਨ ਬਣਾਉਣਾ ਬਹੁਤ ਜ਼ਰੂਰੀ ਹੈ, ਕਿ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਹੈ ਜੀ, ਕਿ ਕੋਈ ਗੈਰ ਕਾਨੂੰਨੀ ਦਖਲਅੰਦਾਜ਼ੀ ਜਾਂ ਕਿਸੇ ਤਰ੍ਹਾਂ ਦੇ ਨੁਕਸਾਨ ਨਾ ਕਰੇ। ਕੋਈ ਗੈਰ ਕਾਨੂੰਨੀ ਦਖਲਅੰਦਾਜ਼ੀ ਨਾ ਕਰੇ ਜੀ, ਅਤੇ ਨੁਕਸਾਨ ਨਾ ਕਰੇ, ਜੋ ਕਿ ਕਰਮਚਾਰੀ ਅਤੇ ਗ੍ਰਾਹਕਾਂ ਦੀ ਸੰਤੁਸ਼ਟੀ ਲਈ ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਆਪਣੇ ਅਹੁਦਿਆਂ ਦੀ ਰੱਖਿਆ ਕਰੋ ਦਾ ਕੀ ਮਤਲਬ ਹੈ? ਆਪਣੇ ਅਹੁਦਿਆਂ ਦੀ ਰੱਖਿਆ ਦਾ ਕਰੋ ਦਾ ਕੀ ਮਤਲਬ ਹੈ? ਕੰਮ ਵਾਲੀ ਥਾਂ ਨੂੰ ਸੁਰੱਖਿਅਤ ਰੱਖਣਾ ਸੌਖਾ ਕੰਮ ਨਹੀਂ ਹੈ। ਕੰਮ ਵਾਲੀ ਥਾਂ ਨੂੰ ਸੁਰੱਖਿਅਤ ਰੱਖਣਾ ਸੌਖਾ ਕੰਮ ਨਹੀਂ ਹੈ। ਸੁਰੱਖਿਆ ਕਰਮਚਾਰੀ ਦੁਆਰਾ ਪ੍ਰਵੇਸ਼ ਦੁਆਰ 'ਤੇ ਗੈਰ ਕਾਨੂੰਨੀ ਪ੍ਰਵੇਸ਼ ਨੂੰ ਰੋਕਣਾ, ਹੋਰ ਰਣਨੀਤਿਕ ਸੰਸਥਾ 'ਤੇ CCTV ਕੈਮਰੇ ਦੀ ਮਦਦ ਘੁਸਪੈਠੀਏ ਅਤੇ ਹਮਲਾ ਕਰਨ ਵਾਲੇ ਦੀ ਛੁਪਣ ਵਾਲੀ ਜਗ੍ਹਾ ਦੀ ਨਿਗਰਾਨੀ ਕਰਨਾ, ਜੋਖਿਮਾਂ ਦਾ ਜਾਇਜ਼ਾ ਲੈਣਾ ਅਤੇ ਕੰਟਰੋਲ ਕਰਨਾ ਆਦਿ। ਆਪਣੀ ਡਿਊਟੀ ਉੱਪਰ ਪੂਰੇ ਉਤਰਨਾ ਹੀ ਆਪਣੇ ਅਹੁਦੇ ਦੀ ਰੱਖਿਆ ਕਰਨਾ ਹੈ। ਵੀ ਕਿਸੇ ਵੀ ਗੈਰ ਕਾਨੂੰਨੀ ਚੀਜ਼ ਜਾਂ ਕੋਈ ਹਾਲਾਤ ਨੂੰ ਰੋਕਣਾ, ਠੀਕ ਹੈ ਜੀ। ਗੈਰ ਕਾਨੂੰਨੀ ਪ੍ਰਵੇਸ਼ ਨੂੰ ਰੋਕਣਾ ਅਤੇ ਰਣਨੀਤਿਕ ਸਥਾਨਾਂ 'ਤੇ CCTV ਦੀ ਮਦਦ ਨਾਲ ਘੁਸਪੈਠੀਆਂ ਨੂੰ ਰੋਕਣਾ, ਜਾਂ ਹਮਲਾ ਕਰਨ ਵਾਲਿਆਂ ਦੀ ਛੁਪਣ ਵਾਲੀ ਜਗ੍ਹਾ 'ਤੇ ਨਿਗਰਾਨੀ ਰੱਖਣਾ, ਅਤੇ ਜੋਖਿਮਾਂ ਜਾਂ ਹੋਰ ਕੰਟਰੋਲ ਕਰਨਾ, ਇਹ ਸਾਰੇ ਕੀ ਹੋ ਗਏ? ਆਪਣੇ ਅਹੁਦੇ ਦੀ ਰੱਖਿਆ ਕਰਨ। ਇਹ ਰੱਖਿਆ ਕਰੋ ਦਾ ਕੀ ਮਤਲਬ ਹੈ? ਇਸ ਦਾ ਆਪਣੇ ਅਹੁਦੇ ਲਈ ਰੱਖਿਆ ਕਰੋ ਹੈ, ਆਪਣੇ ਅਹੁਦੇ ਦੀ ਰੱਖਿਆ ਕਰਨਾ ਹੁੰਦਾ ਹੈ। ਕੰਮ ਵਾਲੀ ਥਾਂ 'ਤੇ ਧੱਕੇਸ਼ਾਹੀ ਅਤੇ ਪਰੇਸ਼ਾਨੀ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ? ਧੱਕੇਸ਼ਾਹੀ ਅਤੇ ਪਰੇਸ਼ਾਨੀ ਕਰਨ ਵਾਲੇ ਦੇ ਵਿਰੁੱਧ ਪ੍ਰਭਾਵਸ਼ਾਲੀ ਨੀਤੀਆਂ ਲਾਗੂ ਕਰਨਾ, ਠੀਕ ਹੈ ਜੀ। ਧੱਕੇਸ਼ਾਹੀ ਅਤੇ ਪਰੇਸ਼ਾਨੀ ਕਰਨ ਵਾਲੇ ਦੇ ਵਿਰੁੱਧ ਪ੍ਰਭਾਵਸ਼ਾਲੀ ਨੀਤੀਆਂ ਲਾਗੂ ਕਰਨਾ, ਆਪਣੇ ਕਰਮਚਾਰੀ ਦੀ ਸਹੀ ਸਿਖਲਾਈ ਦੇਣਾ, ਕਿਸੇ ਪ੍ਰੋਗਰਾਮ ਸਮੇਂ ਕੰਮ ਕਰਨ ਵਾਲੇ ਕਰਮਚਾਰੀ ਅਤੇ ਪ੍ਰਬੰਧਕਾਂ ਨੂੰ ਸਮੱਸਿਆਵਾਂ ਤੋਂ ਵਿਚਾਰ ਕਰਨੀ ਚਾਹੀਦੀ ਹੈ। ਆਪਣੇ ਪ੍ਰਬੰਧਕਾਂ ਨੂੰ ਸਹੀ ਸਲਾਹ ਦਿਓ ਕਿ ਹਿੰਸਾ ਦਾ ਕਿਵੇਂ ਹੱਲ ਕਰਨਾ ਹੈ, ਕਿਉਂਕਿ ਘਰੇਲੂ ਹਿੰਸਾ ਦੇ ਮੁੱਦੇ ਕੰਮ
ਵਾਲੀ ਥਾਂ ਵਿੱਚ ਆ ਸਕਦੇ ਹਨ। ਇਸ ਲਈ ਪ੍ਰਬੰਧਕਾਂ ਅਤੇ ਕਰਮਚਾਰੀਆਂ ਨੂੰ ਧੱਕੇਸ਼ਾਹੀ ਅਤੇ ਤੰਗ ਪਰੇਸ਼ਾਨ ਕਰਨ ਵਾਲੀ ਨੀਤੀਆਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਜੀ। ਪ੍ਰਵੇਸ਼ ਦੁਆਰ ਨੂੰ ਕਿਵੇਂ ਸੁਰੱਖਿਅਤ ਕਰ ਸਕਦੇ ਹਾਂ? ਪ੍ਰਵੇਸ਼ ਦੁਆਰ ਜਿਹੜੇ ਜਿਹੜੇ ਰਸਤੇ ਵਿੱਚ ਤੁਸੀਂ ਲੰਘਣਾ ਹੁੰਦਾ ਉਸ ਨੂੰ ਕਿਵੇਂ ਆਪਾਂ ਸੁਰੱਖਿਅਤ ਕਰ ਸਕਦੇ ਹਾਂ? CCTV ਕੈਮਰੇ ਲਗਾਓ, ਹਰ ਤਰ੍ਹਾਂ ਦੀ ਨਿਗਰਾਨੀ ਰੱਖੋ, ਆਉਣ ਜਾਣ ਵਾਲਿਆਂ ਦਾ ਪੂਰਾ ਰਿਕਾਰਡ ਰੱਖੋ, ਲਾਕ ਵਾਰ ਅਤੇ ਗੇਟਾਂ ਦੀ ਵਰਤੋਂ ਕਰੋ। ਅਗਰ ਉਲੰਘਣਾ ਹੁੰਦੀ ਹੈ ਤਾਂ ਸੁਰੱਖਿਅਤ ਕਰਮਚਾਰੀ ਨੂੰ ਰਿਪੋਰਟ ਕਰੋ। ਸਟੋਰ ਹੋਲਡਰ ਕਰਮਚਾਰੀ ਨੂੰ ਵੰਡੀਆਂ ਗਈਆਂ ਸਾਰੀਆਂ ਚਾਬੀਆਂ ਦਾ ਰਿਕਾਰਡਰ ਪ੍ਰਵੇਸ਼ ਦੁਆਰ ਦੇ ਨਿਰੀਖਣ ਰੱਖਣਾ ਨਿਸ਼ਚਿਤ ਕਰੋ, ਤਾਂ ਜੋ ਕਿ ਤੁਹਾਡੇ ਕੋਲ ਕਿਸੇ ਵੀ ਘਟਨਾ ਦੀ ਸਥਿਤੀ ਵਿੱਚ ਸ਼ੱਕੀ ਵਿਅਕਤੀ ਦੀ ਸੂਚੀ ਹੋਵੇ। ਠੀਕ ਹੈ ਜੀ। ਤੋ ਇਹ ਸੀ ਆਪਣੇ ਪਹਿਲੇ ਯੂਨਿਟ ਦੇ 3 ਟੌਪਿਕ ਹੈ ਜਿਹੜੇ ਆਪਾਂ ਕਵਰ ਕਰ ਚੁੱਕੇ ਹਾਂ ਜੀ। ਅਤੇ ਅੱਗੇ ਆਪਾਂ ਇਹਦੇ 12 ਟੌਪਿਕ ਬਣਦੇ ਆ ਅਤੇ ਆਪਾਂ 12 ਟੌਪਿਕਾਂ ਦੀ ਜਿਹੜੀ ਵੀਡੀਓ ਅੱਗੇ ਲੈ ਕੇ ਆਵਾਂਗੇ ਜੀ। ਠੀਕ ਹੈ ਜੀ। ਇਸੇ ਤਰ੍ਹਾਂ ਹੀ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਧੰਨਵਾਦ ਜੀ।